ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ। ਔਰ ਪਿਛਲੀ ਵੀਡੀਓ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਕਿਸ ਤਰ੍ਹਾਂ ਸਿਊਡੋ ਸਾਇੰਸ ਨੇ ਸਾਨੂੰ ਇਹ ਦੱਸਿਆ ਹੈ ਕਿ ਸਾਡੀ ਜਿਹੜੀ ਧਰਤੀ ਹੈ ਉਹ ਸੂਰਜ ਦੇ ਦੁਆਲੇ ਘੁੰਮਦੀ ਪਈ ਹੈ ਤੇ ਨਾਲ ਆਪਣੇ ਹੀ ਐਕਸਿਸ ਤੇ ਵੀ ਘੁੰਮਦੀ ਪਈ ਹੈ। ਲੇਕਿਨ ਕਿਸੇ ਵੀ ਇਨਸਾਨ ਨੇ ਅੱਜ ਤੱਕ ਇਸ ਨੂੰ ਰਿਐਲਿਟੀ ਵਿੱਚ ਕਦੀ ਦੇਖਿਆ ਵੀ ਨਹੀਂ, ਨਾ ਕਦੀ ਧਰਤੀ ਨੂੰ ਹਿਲਦੇ ਹੋਏ ਜਾਂ ਮੂਵ ਕਰਦੇ ਹੋਏ ਸੁਣਿਆ ਹੈ, ਨਾ ਹੀ ਕਦੀ ਮਹਿਸੂਸ ਕੀਤਾ ਹੈ। ਔਰ ਦੇਖਣਾ ਤਾਂ ਬੜੀ ਦੂਰ ਦੀ ਗੱਲ ਹੈਗੀ ਹੈ, ਪਰ ਫਿਰ ਵੀ ਲੋਕਾਂ ਨੇ ਮੰਨ ਲਿਆ ਕਿਉਂਕਿ ਲੋਕਾਂ ਦਾ ਬਿਲੀਫ ਸਿਸਟਮ ਜੋ ਹੈ ਉਹ ਰੈਪੀਟੇਸ਼ਨ ਤੇ ਵਰਕ ਕਰਦਾ ਹੈ। ਹਰ ਸਕੂਲ ਵਿੱਚ ਇੱਕੋ ਹੀ ਗੱਲ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਕਿ ਬਈ ਤੁਸੀਂ ਇੱਕ ਸਪਿਨਿੰਗ ਬਾਲ ਤੇ ਰਹਿੰਦੇ ਹੋ ਔਰ ਸੂਰਜ ਦੇ ਦੁਆਲੇ ਚੱਕਰ ਲਗਾਉਂਦੇ ਹੋ, ਤੇ ਲੋਕਾਂ ਨੇ ਮੰਨਣਾ ਵੀ ਸ਼ੁਰੂ ਕਰ ਦਿੱਤਾ। ਹੁਣ ਸਕੂਲ ਵਿੱਚ ਨੰਬਰ ਵੀ ਲੈਣੇ ਨੇ ਤੇ ਲਿਖਣਾ ਤਾਂ ਪਏਗਾ ਹੀ ਉਹ ਆਨਸਰ। ਮੰਨ ਲਓ ਕੁਐਸਚਨ ਆਇਆ ਐਗਜ਼ਾਮ ਵਿੱਚ ਕਿ ਬਈ ਵਾਟ ਇਜ਼ ਦ ਸ਼ੇਪ ਆਫ ਦ ਅਰਥ, ਤਾਂ ਸਾਰਿਆਂ ਨੂੰ ਗਲੋਬ ਹੀ ਲਿਖਣਾ ਪਏਗਾ। ਅਗਰ ਨਹੀਂ ਲਿਖਣਗੇ ਤਾਂ 0 ਮਾਰਕਸ ਮਿਲਣਗੇ। ਤਾਂ ਉਸ ਵਾਸਤੇ ਹਰ ਕਲਾਸ ਵਿੱਚ ਉਹ ਵਿਚਾਰਾ ਟੀਚਰ ਨੇ ਪੜਾਇਆ ਹੋ ਗਿਆ ਉਹੀ ਲਿਖਦਾ ਗਿਆ और 12 साल 15 साल पढ़ाई करके दिमाग ब्रेन वॉश हो गया, इंडोक्ट्रिनेट हो गया, ब्रेन वॉश प्रोग्राम हो गया। तो इस तरह ਸਕੂਲ ਸਿਸਟਮ ਔਰ ਟੀਵੀ ਸਿਸਟਮ ਇਸੇ ਕਰਕੇ ਬਣਾਇਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਉਹ ਨੌਲੇਜ ਦਿੱਤੀ ਜਾ ਸਕੇ ਜਿਹਦੇ ਨਾਲ ਉਹਨਾਂ ਦੀ ਕ੍ਰਿਟੀਕਲ ਥਿੰਕਿੰਗ ਖਤਮ ਹੋ ਜਾਏ ਔਰ ਸ਼ੀਪ ਬਿਹੇਵੀਅਰ ਪ੍ਰਮੋਟ ਕੀਤਾ ਜਾ ਸਕੇ ਕਿ ਜੋ ਭੇਡਾਂ ਵਾਂਗ ਜੋ ਮੰਨ ਲਿਆ ਤੇ ਮੈਜੋਰਿਟੀ ਵਿੱਚ ਉਹੀ ਗੱਲ ਚੱਲ ਪਈ, ਆਪਣੀ ਕ੍ਰਿਟੀਕਲ ਥਿੰਕਿੰਗ ਨਹੀਂ ਯੂਜ਼ ਕੀਤੀ। ਦਿਸ ਇਜ਼ ਵਾਟ ਇਜ਼ ਹੈਪਨਿੰਗ ਇਨ ਟੂਡੇਜ਼ ਵਰਲਡ। ਇਸੇ ਤਰ੍ਹਾਂ 2020 ਵਿੱਚ ਤੁਸੀਂ ਦੇਖੋ ਕੀ ਹੋਇਆ ਸੀਗਾ ਕਿ ਟੀਵੀ ਸਾਰੇ ਟੀਵੀ ਚੈਨਲਾਂ ਤੇ ਆ ਗਿਆ ਕਿ ਵੀ ਬੜੀ ਮਹਾਮਾਰੀ ਆਈ ਹੈ, ਬਿਮਾਰੀ ਆਈ ਹੈ, ਲੋਕੀ ਆਪਣੇ ਘਰ ਵਿੱਚ ਬੰਦ ਹੋ ਗਏ, ਆਪਣੇ ਮੂੰਹ ਤੇ ਮਾਸਕ ਪਾਉਣਾ ਸ਼ੁਰੂ ਕਰ ਦਿੱਤਾ, ਹੱਥ ਸੈਨੀਟਾਈਜ਼ ਕਰਨੇ, ਸ਼ਰਾਬ ਦੇ ਨਾਲ ਐਲਕੋਹਲ ਨਾਲ ਸੈਨੀਟਾਈਜ਼ ਕਰਨੇ ਸ਼ੁਰੂ ਕਰ ਦਿੱਤੇ। ਉਸ ਤਰ੍ਹਾਂ ਦੇ ਟੀਕੇ ਲਗਾ ਲਏ ਲੋਕਾਂ ਨੇ ਜਿਹਦੇ ਵਿੱਚ ਅਬੋਰਟਡ ਫੀਟਲ ਸੈਲਸ ਪੈਂਦੇ ਨੇ, ਖਤਰਨਾਕ ਕੈਮੀਕਲ ਪੈਂਦੇ ਨੇ, ਔਰ 3-3 4-4 ਡੋਜ਼ਾਂ ਲਗਾ ਲਈਆਂ। ਉਸ ਟਾਈਮ ਵੀ ਬੜੇ ਲੋਕੀ ਮੇਰਾ ਵਿਰੋਧ ਕਰਦੇ ਸੀਗੇ, ਕਹਿੰਦੇ ਸੀਗੇ ਬਈ ਮੈਂ ਗਲਤ ਦੱਸ ਰਿਹਾ ਹਾਂ, ਖਾਸ ਕਰ ਡਾਕਟਰ ਬੜਾ ਵਿਰੋਧ ਕਰਦੇ ਸੀਗੇ। ਹੁਣ ਉਹਨਾਂ ਨੂੰ ਮੇਰਾ ਸਟੱਡੀਜ਼ ਦਿਖਾਉਂਦਾ ਕਿ ਟੀਕੇ ਲਗਾਉਣ ਤੋਂ ਬਾਅਦ 4 ਗੁਣਾ ਹਾਰਟ ਅਟੈਕ ਦੇ ਕੇਸ ਵੱਧ ਚੁੱਕੇ ਨੇ, 20% ਮਹਿਲਾਵਾਂ ਨੂੰ ਪੀਰੀਅਡ ਦੀ ਪ੍ਰੋਬਲਮ ਆ ਗਈ, 20% ਲੋਕਾਂ ਨੂੰ ਅਰਥਰਾਈਟਿਸ ਦੀ ਪ੍ਰੋਬਲਮ ਆ ਗਈ, ਐਨਰਜੀ ਲੋਕਾਂ ਦੀ ਡਾਊਨ ਹੋ ਗਈ ਹੈ, ਕਈਆਂ ਨੂੰ ਰੀਪਰੋਡਕਟਿਵ ਹੈਲਥ ਇਸ਼ੂਜ਼ ਆਏ ਨੇ, ਕਈਆਂ ਨੂੰ ਡਿਪਰੈਸ਼ਨ ਹੋਇਆ ਹੈ, ਕਈਆਂ ਦੇ ਸਟ੍ਰੋਕ ਆਇਆ ਹੈ, ਕਈਆਂ ਨੂੰ ਸਡਨ ਕਾਰਡੀਅਕ ਅਰੈਸਟ ਆਇਆ ਹੈ, 25 26 ਸਾਲਾਂ ਦੇ ਮੁੰਡੇ ਉਹਨਾਂ ਦੀ ਡੈਥ ਹੋਣ ਲੱਗ ਪਈ ਹੈ। ਤਾਂ ਇਸ ਤਰ੍ਹਾਂ ਦੇ ਕੇਸ ਆ ਗਏ, ਹੁਣ ਕੋਈ ਡਾਕਟਰ ਸਾਹਮਣੇ ਨਹੀਂ ਆਉਂਦਾ। तो इसी तरह यही है कि समझदारी ਵਰਤਣੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਇੰਸਟੈਡ ਕਿ ਬਈ ਦੁਨੀਆ ਕੀ ਕਰ ਰਹੀ ਹੈ ਔਰ ਲੋਕੀ ਕੀ ਕਹਿ ਰਹੇ ਨੇ ਜਾਂ ਵਾਈਟ ਕੋਟ ਵਿੱਚ ਆ ਕੇ ਕੋਈ ਕੀ ਕਹਿ ਰਿਹਾ। ਆਪਣੇ ਦਿਮਾਗ ਆਪਣਾ ਹੀ ਹੁੰਦਾ ਹੈਗਾ, ਉਹਨੂੰ ਵਰਤਣਾ ਚਾਹੀਦਾ ਸਾਰਿਆਂ ਨੂੰ। ਇੱਕ ਤਾਂ ਇਹ ਚੀਜ਼ ਹੈ, ਔਰ ਦੂਜੀ ਚੀਜ਼ ਕੀ ਹੈ ਕਿ ਮੈਂ ਇਹ ਸਾਰਿਆਂ ਨੂੰ ਇਹ ਕਹਿੰਦਾ ਕਿ ਜੋ ਮੇਰੀ ਵੀਡੀਓਜ਼ ਦੇਖਦੇ ਹੋ ਨਾ, ਪਹਿਲਾਂ ਤਾਂ ਆਪਣਾ ਜਿਹੜਾ ਮਾਈਂਡ ਸੈਟ ਹੈ ਨਾ ਇਸ ਤਰ੍ਹਾਂ ਰੱਖਿਆ ਕਰੋ ਕਿ ਬਈ ਕੋਈ ਨਈ ਚੀਜ਼ ਤੁਸੀਂ ਸੁਣਨ ਲੱਗੇ ਹੋ, ਤੁਹਾਨੂੰ ਪਤਾ ਲੱਗਣ ਲੱਗਿਆ, ਉਹਦੇ ਵਿੱਚ ਕੋਈ ਚੀਜ਼ ਨਾ ਸਮਝ ਆਏ, ਕਲੈਰੀਫਾਈ ਨਾ ਹੋਏ ਤੇ ਸਵਾਲ ਪੁੱਛ ਲਿਆ ਕਰੋ ਇੰਸਟੈਡ ਆਫ ਕਿ ਬਈ ਹਰ ਚੀਜ਼ ਨੂੰ ਰਿਜੈਕਟ ਕਰਨਾ ਸ਼ੁਰੂ ਕਰ ਦੇਣਾ। ਐਗਜ਼ਾਮਪਲ ਦਿੰਦਾ, ਮੇਰਾ ਨਾ ਇੱਕ ਦਿੱਲੀ ਵਿੱਚ ਭਾਈ ਸਾਹਿਬ ਸੀਗੇ ਤੇ ਉਹ ਬਹੁਤ ਜ਼ਿਆਦਾ ਨਿੰਦਾ ਕਰਦੇ ਸੀ ਮੇਰੇ ਕੋਵਿਡ ਦੇ ਟਾਈਮ। ਕਹਿੰਦੇ ਸੀ ਬਈ ਇਹ ਕਿਹੜਾ MBBS ਹੈਗਾ, ਇਹਨੂੰ ਕੀ ਪਤਾ ਹੋਏਗਾ, ਇਹ ਸਾਰੀ ਚੀਜ਼ਾਂ ਫालतू ਦੀ ਬੋਲਣੀ ਹੈ ਨਾ। ਤੇ ਮੈਂ ਸਾਰਿਆਂ ਨੂੰ ਉਸੇ ਟਾਈਮ ਕਹਿਤਾ ਸੀਗਾ ਬਈ ਟੀਕਾ ਕੋਈ ਨਾ ਲਗਾਣਾ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਉਹਨਾਂ ਨੇ ਭਾਈ ਸਾਹਿਬ ਨੇ टीका इसी करके लगवाया सिर्फ कि मैं क्या सी ना लगवाना, तो मैंने गलत प्रूव करने वास्ते टीका लगाया, वीडियो फोटो खींची और एक हफ्ते बाद ही टीका लगाने तो बाद उन्होंने हार्ट अटैक आ गया और स्टेंट भी उन्होंने पाना पै गया। और इस तरह के एक नहीं बड़े केसेस होए ने बहुत सारे, मैं किन्ने दसा तुहानूं, छोटे छोटे यंगस्टर्स विच मायोकार्डाइटिस आ रहा और बड़ा कुछ हो रहा है। तो एनीवेज दैट इज़ अ सेकेंडरी टॉपिक, बट पैटर्न वही हैगा कि भाई दुनिया ਨੂੰ ब्रेन वॉश मैडिकल इंडस्ट्री ने भी किया होया, नासा ने भी किया होया, बहुत सारी होर भी चीज़ां ने आने वाले टाइम में ਆਪਾਂ गल करांगे। तो पिछली वीडियो में मैं ਤੁਹਾਨੂੰ ਦੱਸਿਆ ਸੀਗਾ ਕਿ ਧਰਤੀ ਸੂਰਜ ਦੇ ਦੁਆਲੇ ਨਹੀਂ ਘੁੰਮਦੀ ਹੈ ਬਲਕਿ ਸੂਰਜ ਧਰਤੀ ਦੇ ਓਵਰ ਐਂਡ ਅਬਵ ਘੁੰਮਦਾ ਹੈ। ਉਹਦੇ ਵਾਸਤੇ ਮੈਂ ਆਸਾ ਦੀ ਵਾਰ ਵਿੱਚੋਂ ਪੰਕਤੀ ਤੁਹਾਨੂੰ ਦੱਸੀ, ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚੋਂ ਦੱਸੀ। ਅੱਜ ਮੈਂ ਤੁਹਾਨੂੰ ਇੱਕ ਹੋਰ ਪੰਕਤੀ ਦੱਸਾਂਗਾ ਉਸੇ ਟੌਪਿਕ ਤੋਂ ਰਿਲੇਟਡ, ਕਿਉਂਕਿ ਕਈਆਂ ਦਾ ਸਵਾਲ ਆਇਆ ਸੀ ਕਿ ਕੀ ਪਤਾ ਸੂਰਜ ਜੋ ਹੈ ਆਪਣੇ ਐਕਸਿਸ ਤੇ ਘੁੰਮਦਾ ਹੋਏ ਜਾਂ ਫਿਰ ਉਹ ਮਿਲਕੀ ਵੇ ਗੈਲੈਕਸੀ ਦੇ ਅਰਾਊਂਡ ਘੁੰਮਦਾ ਹੋਏ। ਸੋ ਕਾਫੀ ਸਾਰੀ ਵਾਈਲਡ ਇਮੈਜੀਨੇਸ਼ਨ ਨਾਲ ਲੋਕਾਂ ਨੇ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ। ਤਾਂ ਗੁਰਬਾਣੀ ਵਿੱਚ ਨਾ 12 ਮਹਾ ਤੁਖਾਰੀ ਵਿੱਚ ਮਹਾਰਾਜ ਸਾਹਿਬ ਜੀ ਨੇ ਆਸਾੜ ਵਿੱਚ ਲਿਖਿਆ, ਆਸਾੜ ਭਲਾ ਸੂਰਜ ਗगन ਤਪੈ। ਉਹਦੇ ਵਿੱਚ ਮਹਾਰਾਜ ਸਾਹਿਬ ਨੇ ਲਿਖਿਆ ਕਿ ਅਗਨ ਰਸ ਸੋਖ ਹੈ, ਮਰੀਐ ਧੋਖ ਹੈ, ਪੀਸੋ ਕਿਰਤ ਨ ਹਾਰੇ, ਰਥ ਫਿਰੈ ਛਾਇਆ ਤਨ ਤਾਕੈ, ਟੀਡ ਲਵੈ ਮੰਜ ਬਾਰੇ। ਕਿ ਜਦ ਸੂਰਜ ਦਾ ਰਥ ਜਿਹੜਾ ਹੈਗਾ ਆਸਾੜ ਵਿੱਚ ਚੱਕਰ ਲਾਉਂਦਾ ਹੈਗਾ ਤੇ ਇੰਨੀ ਗਰਮੀ ਪੈ ਜਾਂਦੀ, ਇੰਨੀ ਤਪਸ਼ ਪੈ ਜਾਂਦੀ ਹੈ ਕਿ ਹਰ ਜੀਵ ਜੰਤੂ ਹੀ ਛਾਇਆ ਨੂੰ ਤੱਕਦਾ ਹੈਗਾ। ਔਰ ਛੋਟੇ ਛੋਟੇ ਟਿੱਡੇ ਜਿਹੜੇ ਹੁੰਦੇ ਨੇ, ਬੀਂਡਾਂ ਹੁੰਦੀਆਂ ਨੇ, ਕ੍ਰਿਕਟਸ ਹੁੰਦੇ ਨੇ, ਉਹ ਵੀ ਛਾਇਆ ਨੂੰ ਤੱਕਦੇ ਨੇ, ਛਾਇਆ ਵਿੱਚ ਜਾਂਦੇ ਨੇ, ਪੇੜਾਂ ਦੇ ਪਿੱਛੇ ਆਪਣੀ ਗ੍ਰੀਨਰੀ ਵਿੱਚ ਛੁਪਦੇ ਨੇ ਤੇ ਉਹ ਵੀ ਟੀ ਕਰਦੇ ਰਹਿੰਦੇ ਨੇ। ਗਰਮੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਔਰ एवरीवन इज़ लुकिंग फॉर
ਕੂਲ এনवायरमेंट ਐਟ ਦੈਟ ਟਾਈਮ, ਸੋ ਹਰ ਕੋਈ ਛਾਇਆ ਨੂੰ ਤੱਕਦਾ ਹੈਗਾ। ਤੋ ਇੱਥੇ ਕੀ ਲਿਖਿਆ, ਰਥ ਫਿਰੈ ਛਾਇਆ ਤਨ ਤਾਕੇ, ਸੂਰਜ ਦਾ ਰਥ ਜੋ ਹੈ ਉਹ ਚੱਕਰ ਲਾਉਂਦਾ ਹੈਗਾ, ਤਾਂ ਇਸ ਕਰਕੇ ਧਰਤੀ ਜਿਹੜੀ ਹੈਗੀ ਹੈ ਉਹ ਭਖਦੀ ਹੈਗੀ, ਗਰਮ ਹੋ ਜਾਂਦੀ ਹੈਗੀ। ਸੂਰਜ ਦਾ ਰਥ ਚੱਕਰ ਲਗਾਉਂਦਾ ਹੈ, ਧਰਤੀ ਦਾ ਰਥ ਨਹੀਂ ਚੱਕਰ ਲਗਾਉਂਦਾ ਹੈਗਾ। ਆਪ ਜੀ ਪੜ੍ਹ ਸਕਦੇ ਹੋ ਆਪਣੀ ਐਪਾਂ ਵਿੱਚ ਖੋਲ ਕੇ, ਗੁਰਬਾਣੀ ਦੇ ਅਰਥ ਇਹਦੇ ਵਿੱਚ ਲਿਖੇ ਹੋਏ ਨੇ। ਤੋ ਅੱਜ ਦੀ ਜਿਹੜੀ ਪੰਕਤੀ ਹੈ, ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਭਾਈ ਗੁਰਦਾਸ ਜੀ ਦੇ ਬਾਰੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਇਹਨਾਂ ਤਿੰਨਾਂ ਵਿੱਚੋਂ ਮੈਂ ਤੁਹਾਨੂੰ ਪ੍ਰਮਾਣ ਦੇ ਕੇ ਐਕਸਪਲੇਨ ਕਰਾਂਗਾ। ਪਰ ਮੈਂ ਜ਼ਿਆਦਾ ਸਾਇੰਟੀਫਿਕ ਪ੍ਰਮਾਣ ਨਹੀਂ ਦਾਂਗਾ, ਕਿਉਂਕਿ ਸਾਇੰਟੀਫਿਕ ਰੀਜ਼ਨਸ that earth does not spin, earth is stationary and सूरज and the sun revolves around the earth, ਇਹਦੇ ਬਹੁਤ ਸਾਰੇ ਪ੍ਰੂਫ ਨੇ, ਬਹੁਤ ਸਾਰੇ ਆਬਜ਼ਰਵੇਸ਼ਨਸ ਨੇ, ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਜਾ ਸਕਦੇ ਨੇ। ਲੇਕਿਨ ਮੈਂ ਤੁਹਾਨੂੰ ਗੁਰਬਾਣੀ ਵਿੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਸੋ ਦੈਟ ਕਿ ਤੁਹਾਨੂੰ ਗੁਰਬਾਣੀ ਦੇ ਨਾਲ ਪਰਸਪੈਕਟਿਵ ਪਤਾ ਲੱਗੇ। ਕਿਉਂਕਿ ਯੂਜ਼ਲੀ ਕੀ ਹੁੰਦਾ, ਆਪਣੇ ਮੋਸਟਲੀ ਕਥਾਵਾਚਕ ਪ੍ਰਚਾਰਕ ਜੋ ਨੇ ਉਹ ਸੁਣੀ ਸੁਣਾਈ ਗੱਲਾਂ ਨੂੰ ਹੀ ਫਾਰਵਰਡ ਕਰ ਦਿੰਦੇ ਨੇ, ਐਂਡ ਸੈਕੰਡਲੀ ਉਹ ਕੀ ਕਰਦੇ ਨੇ, ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਸਾਇੰਸ ਦੇ ਨਾਲ। ਤੋ ਸਾਇੰਸ ਅਗਰ ਤੁਹਾਨੂੰ ਗਲਤ ਦੱਸੇਗੀ, ਤੁਸੀਂ ਗਲਤ ਅਰਥਾਂ ਦੇ ਨਾਲ ਗੁਰਬਾਣੀ ਦੇ ਅਰਥ ਕਰਨਾ ਸ਼ੁਰੂ ਕਰ ਦਿੰਦੇ ਹੋ, ਇੱਥੇ ਪ੍ਰੋਬਲਮ ਆ ਜਾਂਦੀ ਹੈ। ਗੁਰਬਾਣੀ ਨੂੰ ਐਜ਼ ਇਟ ਇਜ਼ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਨਾ ਬੇਨਤੀ ਕਰਨੀ ਚਾਹੀਦੀ ਹੈ ਕਿ ਸਾਨੂੰ ਉਹ ਅਰਥ ਸਮਝ ਆਉਣ ਜਿਹੜੇ ਤੁਸੀਂ ਆਖੇ ਨੇ। ਅਸੀਂ ਆਪਣੀ ਮਨਮਤ ਦੇ ਨਾਲ ਅਰਥ ਨਾ ਕਰੀਏ, ਜਾਂ ਸਾਇੰਸ ਦੀ ਮਤ ਨਾਲ ਅਰਥ ਨਾ ਕਰੀਏ, ਸਿਊਡੋ ਸਾਇੰਸ ਦੀ ਮਤ ਦੇ ਨਾਲ। ਤਾਂ ਹੁਣ ਇੱਥੇ ਮੈਂ ਤੁਹਾਨੂੰ ਦੱਸਦਾ ਹਾਂ, ਇੱਕ ਸਾਇੰਸ ਦੇ ਵਿੱਚ, ਅੱਜ ਦੀ ਮਾਡਰਨ ਸਿਊਡੋ ਸਾਇੰਸ ਵਿੱਚ ਕਿਹਾ ਜਾਂਦਾ ਹੈਗਾ ਕਿ ਜੋ ਚੰਦਰਮਾ ਹੈ, ਮੂਨ ਰਿਫਲੈਕਟਸ ਦਾ ਲਾਈਟ ਆਫ ਦਾ ਸਨ, ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ, ਇਸ ਤਰ੍ਹਾਂ ਸਾਇੰਸ ਕਹਿੰਦੀ ਹੈ। ਔਰ ਉਹ ਕਹਿੰਦੀ ਹੈ ਕਿ ਸੂਰਜ ਜੋ ਰੋਸ਼ਨੀ ਛੱਡਦਾ ਹੈ ਉਸ ਨੂੰ ਚੰਦਰਮਾ ਰਿਫਲੈਕਟ ਕਰਕੇ ਧਰਤੀ 'ਤੇ ਭੇਜਦਾ ਹੈ, ਇਸ ਕਰਕੇ ਚੰਦਰਮਾ ਦੀ ਲਾਈਟ ਜੋ ਮੂਨ ਲਾਈਟ ਹੈ ਉਹ ਬਣਦੀ ਹੈਗੀ ਹੈ। ਇਹ ਵੀ ਬਹੁਤ ਵੱਡਾ ਝੂਠ ਤੇ ਗੱਪ ਮਾਰੀ ਹੋਈ ਹੈ। ਐਕਚੁਅਲੀ ਵਿੱਚ ਚੰਦਰਮਾ ਤੇ ਸੂਰਜ ਦੋਨਾਂ ਦੀ ਆਪਣੀ ਆਪਣੀ ਲਾਈਟ ਹੈਗੀ ਹੈ, ਔਰ ਦੋਨਾਂ ਲਾਈਟਾਂ ਦੀ ਆਪਣੀ ਆਪਣੀ ਪ੍ਰੋਪਰਟੀਜ਼ ਵੀ ਹੈਗੀਆਂ ਨੇ। ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ, ਜੋ ਤੁਸੀਂ ਖੁਦ ਘਰ ਵਿੱਚ ਜਾ ਕੇ ਟੈਸਟ ਕਰ ਸਕਦੇ ਹੋ। ਕਿਸੇ ਵੀ ਚੀਜ਼ ਨੂੰ ਤੁਸੀਂ ਲਓ, ਉਹਦਾ ਟੈਂਪਰੇਚਰ ਚੈੱਕ ਕਰੋ ਧੁੱਪ ਦੇ ਥੱਲੇ, ਜਦ ਸਿੱਧੀ ਸਨਲਾਈਟ ਪੈਂਦੀ ਹੈ ਉਹਦੇ ਵਿੱਚ ਟੈਂਪਰੇਚਰ ਚੈੱਕ ਕਰੋ, ਔਰ ਜਦ ਉਹਨੂੰ ਛਾਇਆ ਵਿੱਚ ਰੱਖ ਦਿਓ ਫਿਰ ਟੈਂਪਰੇਚਰ ਚੈੱਕ ਕਰੋ। ਤੁਸੀਂ ਦੇਖੋਗੇ ਛਾਇਆ ਵਿੱਚ ਟੈਂਪਰੇਚਰ ਘੱਟ ਹੈ, ਔਰ ਸਿੱਧਾ ਜਦ ਧੁੱਪ ਪੈ ਰਹੀ ਹੈ ਟੈਂਪਰੇਚਰ ਵੱਧ ਆਏਗਾ। ਲੇਕਿਨ ਮੂਨਲਾਈਟ ਦੇ ਕੇਸ ਵਿੱਚ ਉਲਟਾ ਹੈਗਾ, ਜਦ ਤੁਸੀਂ ਸਿੱਧੀ ਚੀਜ਼ ਕੋਈ ਮੂਨਲਾਈਟ ਵਿੱਚ ਰੱਖੋਗੇ ਉਹ ਠੰਡੀ ਹੋਏਗੀ, ਜਦ ਉਹਨੂੰ ਛਾਇਆ ਵਿੱਚ ਰੱਖ ਦੋਗੇ ਤੇ ਉਹ ਥੋੜੀ ਜਿਹੀ ਗਰਮ ਹੋ ਜਾਏਗੀ, ਔਰ ਉਸ ਤੋਂ ਫਿਰ ਚੱਕ ਕੇ ਤੁਸੀਂ ਮੂਨਲਾਈਟ ਦੇ ਡਾਇਰੈਕਟ ਕੰਟੈਕਟ ਵਿੱਚ ਲਗਾ ਦੋਗੇ ਤਾਂ ਫਿਰ ਥੋੜੀ ਠੰਡੀ ਹੋ ਜਾਏਗੀ। ਕਿਉਂ? ਕਿਉਂਕਿ ਮੂਨਲਾਈਟ ਠੰਡੀ ਹੁੰਦੀ ਹੈ ਔਰ ਸੂਰਜ ਦੀ ਰੋਸ਼ਨੀ ਗਰਮ ਹੁੰਦੀ ਹੈਗੀ ਹੈ। ਦੇयर इज अ डिफरेंस। ਲੇਕਿਨ ਅਗਰ ਅਕੋਰਡਿੰਗ ਟੂ ਸਾਇੰਸ ਆਪਾਂ ਚੱਲੀਏ, ਜੋ ਫਿਊਡੋ ਸਾਇੰਸ ਹੈਗੀ, ਕਿ ਅਗਰ ਉਹ ਰਿਫਲੈਕਟ ਕਰ ਰਿਹਾ सन ਦੀ ਲਾਈਟ, ਤਾਂ सन ਦੀ ਲਾਈਟ ਅਗਰ ਰਿਫਲੈਕਟ ਕਰ ਰਿਹਾ ਤਾਂ ਗਰਮ ਚੀਜ਼ ਨੂੰ ਰਿਫਲੈਕਟ ਕਰੇਗਾ ਤੇ ਗਰਮ ਚੀਜ਼ ਗਰਮ ਹੀ ਹੋਏਗੀ ਨਾ। ਲੇਕਿਨ ਫਿਰ ਠੰਡੀ ਕਿਵੇਂ ਨਿਕਲ ਕੇ ਆ ਗਈ? ऑब्जर्व करो ना इसनों एक्सपेरिमेंट करके तुसी आप ही देख लेना अपने घर विच, तुहानूं समझ आ जाएगा मैं की कह रहा हूँ। और इनू हुण गुरबाणी विच मैं तुहानूं दसदा हैगा। आरती का पाठ आपां सारे करदे हां। गगन में थाल रव चंद दीपक बने, गुरु साहब ने की कहा? रव चंद दीपक बने, रव ते चंद सूरज ते चंद्रमा दीपक बने। दीपक यानी कि लाइट देने वाली ऑब्जेक्ट, लैंप समझ लो एक तरह का दीवा कहते हैं, दीवा जिवें दिवाली ते दीवे नहीं बालते, दिवाली की रात दीवे बालियन, वो लाइट जो है ना, तो सूरज ते चंद्रमा दोनों दीवे ने। इस तरह नहीं लिखा गुरु साहब ने कि सूरज दीवा है ते चंद्रमा ਉਹਦੀ ਲਾਈਟ ਰਿਫਲੈਕਟ ਕਰ ਰਿਹਾ ਹੈ। ਗੁਰੂ ਸਾਹਿਬ ਨੇ ਕਿਹਾ ਰਵ ਚੰਦ ਦੀਪਕ ਬਣੇ, ਰਵ ਤੇ ਚੰਦ ਦੋਨੋਂ ਹੀ ਦੀਪਕ ਬਣੇ ਹੋਏ ਨੇ। ਹੁਣ ਕੋਈ ਲੋਕੀ ਇੱਥੇ ਕਹਿਣਗੇ ਕਿ ਵੀ ਇੱਥੇ ਦੋਨੋਂ ਤਾਂ ਨਹੀਂ ਲਿਖਿਆ ਹੋਇਆ, ਤੇ ਫਿਰ ਸੂਰਜ ਕੀ ਪਤਾ ਚੰਦਰਮਾ ਨੂੰ ਲਾਈਟ ਦਿੰਦਾ ਹੋਏ ਤੇ ਚੰਦਰਮਾ ਰਿਫਲੈਕਟ ਕਰਦਾ ਹੋਏ। ਕਿਉਂਕਿ ਲੋਕਾਂ ਦਾ ਦਿਮਾਗ ਇਸ ਤਰ੍ਹਾਂ ਚੱਲਦਾ ਨਾ ਕਿ ਜੋ ਪੁਰਾਣੀ ਪੜ੍ਹਾਈ ਕੀਤੀ ਹੈ ਉਹਨੂੰ ਸਾਬਿਤ ਕਰਨਾ ਚਾਹੁੰਦੇ ਨੇ ਲੋਕੀ। ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਗੁਰਬਾਣੀ ਵਿੱਚ ਦੋ ਵੀ ਲਿਖਿਆ ਹੋਇਆ, ਦੋਵੇਂ ਦੀਵੇ ਵੀ ਲਿਖਿਆ ਹੋਇਆ। ਚੰਦ ਸੂਰਜ ਦੋਏ ਦੀਪਕ ਵੀ ਲਿਖਿਆ ਗੁਰੂ ਸਾਹਿਬ ਨੇ, ਚੰਦ ਸੂਰਜ ਦੋਏ ਚਾਨਣ ਵੀ ਲਿਖਿਆ ਹੈ, ਚੰਦ ਸੂਰਜ ਦੋਏ ਚਿਰਾਗ ਵੀ ਲਿਖਿਆ ਹੈ, ਔਰ ਚੰਦ ਸੂਰਜ ਦੋਏ ਦੀਵੇ ਵੀ ਲਿਖਿਆ ਹੋਇਆ ਹੈ। ਤਾਂ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਤੇ, ਇਹਨਾਂ ਸਿਰਫ 4 ਪੰਕਤੀਆਂ ਮੈਂ ਦੱਸੀਆਂ ਨੇ, ਇਸ ਤੋਂ ਇਲਾਵਾ ਵੀ ਬਹੁਤ ਸਾਰੀ ਪੰਕਤੀਆਂ ਨੇ। ਸਾਰੀ ਮੈਂ ਇਸ ਵੀਡੀਓ ਵਿੱਚ ਕਵਰ ਨਹੀਂ ਕਰ ਸਕਦਾ, ਜਿਹਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਹੈਗਾ ਕਿ ਚੰਦਰਮਾ ਤੇ ਸੂਰਜ ਦੋਨੋਂ ਹੀ ਚਿਰਾਗ ਨੇ, ਦੀਵੇ ਨੇ, ਲਾਈਟ ਐਮਿਟਿੰਗ ਆਬਜੈਕਟਸ ਨੇ, ਨਾ ਕਿ ਚੰਦਰਮਾ ਸੂਰਜ ਤੋਂ ਬੋਰੋ ਕਰ ਰਿਹਾ। ਨਹੀਂ, ਦੋਨੋਂ ਦੀਵੇ ਨੇ, ਉਹਨਾਂ ਦੀ ਆਪਣੀ ਆਪਣੀ ਲਾਈਟ ਹੈ, ਆਪਣੀ ਆਪਣੀ ਪ੍ਰੋਪਰਟੀਜ਼ ਨੇ, ਜਿਵੇਂ ਕਿ ਮੈਂ ਤੁਹਾਨੂੰ ਐਕਸਪਲੇਨ ਕਰ ਦਿੱਤਾ। ਹੁਣ ਆਪਾਂ ਗੱਲ ਕਰਦੇ ਹਾਂ, ਹੁਣੇ ਆਪਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਡਿਸਕਸ ਕਰ ਰਹੇ ਹਾਂ। ਅੱਜ ਦਸਮ ਗ੍ਰੰਥ ਸਾਹਿਬ ਜਾਂ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚੋਂ ਕਰਾਂਗੇ ਤਾਂ ਸਾਡੇ ਕੋਲ ਬਹੁਤ ਪ੍ਰਮਾਣ ਨੇ। ਦਸਮ ਗ੍ਰੰਥ ਸਾਹਿਬ ਆਪਾਂ ਅਗਲੀ ਵੀਡੀਓ ਵਿੱਚੋਂ ਡਿਸਕਸ ਕਰਾਂਗੇ, ਲੇਕਿਨ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇੱਕ ਹੋਰ ਪੰਕਤੀ ਦੱਸ ਦਿੰਦਾ, ਜਿਹਦੇ ਵਿੱਚ ਗੁਰੂ ਸਾਹਿਬ ਨੇ ਚੰਦਰਮਾ ਦਾ ਕੰਪੈਰੀਜ਼ਨ ਸ਼ੀਤਲਤਾ ਨਾਲ ਕੀਤਾ ਹੈ। ਕਿਉਂਕਿ ਚੰਦਰਮਾ ਸ਼ੀਤਲ ਹੁੰਦਾ ਹੈ, ਕਿਉਂਕਿ ਉਹਦੀ ਆਪਣੀ ਸ਼ੀਤਲ ਪ੍ਰੋਪਰਟੀਜ਼ ਨੇ, ਉਹਦੀ ਆਪਣੀ ਲਾਈਟ ਸ਼ੀਤਲ ਹੈਗੀ ਹੈ, ਔਰ ਸੂਰਜ ਦੀ ਲਾਈਟ ਉਹ ਰਿਫਲੈਕਟ ਨਹੀਂ ਕਰਦਾ। ਤੋ ਪੰਕਤੀ ਇਸ ਤਰ੍ਹਾਂ ਹੈਗੀ, ਮਹਾਰਾਜ ਸਾਹਿਬ ਕਹਿੰਦੇ ਨੇ, ਨਹਿ ਸ਼ੀਤਲੰਗ ਚੰਦਰ ਦੇਵਾ, न शीतलंग बावन चंदन, न शीतलंग शीत रुतेन, नानक शीतलंग साध स्वजना। यानी कि जो साध स्वजन ने ना, साध स्वजन गुरमुख प्यारे ने, वो
ਔਰ ਗੁਰਮੁਖ ਪਿਆਰੇ ਵੀ ਕਿਸ ਤਰ੍ਹਾਂ ਦੇ, ਉਹ ਵੀ ਮੈਂ ਦੱਸਾਂਗਾ। ਪਹਿਲਾਂ ਮੈਂ ਇਸ ਪੰਕਤੀ ਦਾ ਅਰਥ ਤੁਹਾਨੂੰ ਦੱਸਦਾ। ਜੋ ਸਾਧ ਸੱਜਣ ਨੇ ਉਹ ਇੰਨੇ ਸ਼ੀਤਲ ਨੇ, ਇੰਨੇ ਠੰਡਕ ਵਰਤਾਉਣ ਵਾਲੇ ਨੇ ਕਿ ਉਹਨਾਂ ਦੇ ਮੁਕਾਬਲੇ ਕੁਝ ਵੀ ਚੀਜ਼ਾਂ, ਮਤਲਬ ਕਾਫੀ ਸਾਰੀ ਚੀਜ਼ਾਂ ਫੇਲ ਨੇ। ਕਿਹੜੀ ਚੀਜ਼ਾਂ ਫੇਲ ਨੇ? ਤਾਂ ਗੁਰੂ ਸਾਹਿਬ ਨੇ ਦੱਸਿਆ ਨੈ ਸ਼ੀਤਲੰ ਚੰਦਰਦੇਵ ਹੈ, ਕਿ ਚੰਦਰਦੇਵ ਜੋ ਹੈ ਨਾ, ਚੰਦਰਮਾ ਜੋ ਹੈ, ਉਹਦੀ ਸ਼ੀਤਲਤਾ ਵੀ ਸਾਧ ਗੁਰਮੁਖਾਂ ਦੇ ਅੱਗੇ ਫੇਲ ਹੈਗੀ। ਔਰ ਦੂਜੀ ਚੀਜ਼ ਕੀ ਦੱਸੀ? ਨੈ ਸ਼ੀਤਲੰ 52 ਚੰਦਨ ਹੈ, ਜੋ ਚੰਦਨ ਹੈ ਉਹਦੀ ਸ਼ੀਤਲਤਾ ਵੀ ਗੁਰਮੁਖ ਸੱਜਣਾ ਦੇ ਅੱਗੇ ਫੇਲ ਹੈਗੀ। ਔਰ ਉਸ ਤੋਂ ਅੱਗੇ ਮਹਾਰਾਜ ਹੋਰ ਵੀ ਅੱਗੇ ਦੀ ਗੱਲ ਕਰਦੇ ਨੇ, ਨਹਿ ਸ਼ੀਤਲੰ ਸੀਤ ਰੁਤੇਣ, ਸਰਦੀ ਦੀ ਜੋ ਰੁੱਤ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਂਦਾ। ਜਿਹੜੀ ਬਰਫ਼ ਪੈਂਦੀ ਪਈ ਹੈ ਨਾ, ਇਹ ਵੀ ਮਹਾਰਾਜ ਸਾਹਿਬ ਨੇ ਕਿਹਾ ਕਿ ਇਹ ਵੀ ਇੰਨੀ ਸ਼ੀਤਲ ਨੇ ਸਾਧ ਸਵੱਜਨ। ਤਾਂ ਸਾਧ ਸਵੱਜਨ ਇੰਨੇ ਸ਼ੀਤਲ ਨੇ ਕਿ ਇਸ ਸਰਦੀ ਦੀ ਰੁੱਤ ਵਿੱਚ ਵੀ ਜਿੰਨੀ ਠੰਡਕ ਨਹੀਂ ਹੈ, ਉਨੀ ਠੰਡਕ ਮਨ ਨੂੰ ਉਹ ਸਾਧ ਗੁਰਮੁਖ ਜਨ ਪਹੁੰਚਾ ਸਕਦੇ ਨੇ। ਅਤੇ ਉਹ ਸਾਧ ਗੁਰਮੁਖ ਦਾ ਹਿਰਦਾ ਇੰਨਾ ਸਥਿਰ ਹੈ, ਆਪਣਾ ਨਿਸ਼ਚਲ ਹੈ ਕਿ ਉਹ ਉਸਨ ਸੀਤ ਸਮਸਰ ਸਭ ਤਾਕ ਹੈ, ਕਿ ਉਹਦੇ ਵਾਸਤੇ ਗਰਮੀ ਸਰਦੀ ਜੋ ਹੈ ਉਹ ਬਰਾਬਰ ਹੁੰਦੀ ਹੈ। ਔਰ ਉਹ ਉਸ ਸ਼ੀਤਲ ਔਰ ਜੋ ਠੰਡਕ ਜੋ ਹੋਏ, ਅਗਰ ਐਕਸਟ੍ਰੀਮ ਵਿੱਚ ਜਾਣਾ ਪੈ ਜਾਏ ਤੇ ਉਹ ਗੁਰਮੁਖ ਉਸ ਨੂੰ ਬਰਦਾਸ਼ਤ ਕਰ ਸਕਦਾ ਹੈ, ਉਹਦੇ ਵਿੱਚ ਰਹਿ ਸਕਦਾ ਹੈ। ਔਰ ਉਸ ਗੁਰਮੁਖ ਦੀ ਸੰਗਤ ਵਿੱਚ ਜੋ ਵੀ ਆਏਗਾ, ਜਿਹਦੇ ਮਨ ਵਿੱਚ ਅੱਗ ਲੱਗੀ ਹੋਏਗੀ, ਤਾਂ ਉਹ ਗੁਰਮੁਖ ਦੀ ਜਿਹੜੀ ਸੰਗਤ ਹੈ ਉਹ ਉਸ ਨੂੰ ਉਸ ਅੱਗ ਤੋਂ, ਮਨ ਦੀ ਅੱਗ ਤੋਂ ਬਚਾ ਲਏਗੀ, ਠੰਡਕ ਪ੍ਰੋਵਾਈਡ ਕਰੇਗੀ, ਸ਼ੀਤਲਤਾ ਦੇਗੀ। ਔਰ ਉਹ ਸ਼ੀਤਲਤਾ ਤੁਹਾਨੂੰ ਸਰਦੀਆਂ ਵਿੱਚ ਬਰਫ਼ ਵਿੱਚ ਵੀ ਨਹੀਂ ਮਿਲ ਸਕਦੀ। ਤਾਂ ਇਸ ਪੰਕਤੀ ਵਿੱਚ ਮਹਾਰਾਜ ਸਾਹਿਬ ਨੇ ਕੀ ਕੰਪੇਅਰ ਕੀਤਾ? ਗੁਰਮੁਖ ਦੀ ਸ਼ੀਤਲਤਾ ਨੂੰ ਚੰਦਰਮਾ ਦੀ ਸ਼ੀਤਲਤਾ ਨਾਲ ਕੰਪੇਅਰ ਕੀਤਾ। ਤਾਂ ਚੰਦਰਮਾ ਸ਼ੀਤਲ ਹੈ ਤਾਂ ਕੰਪੇਅਰ ਕੀਤਾ ਨਾ। ਅਗਰ ਚੰਦਰਮਾ ਸੂਰਜ ਦੀ ਲਾਈਟ ਰਿਫਲੈਕਟ ਕਰ ਰਿਹਾ ਹੁੰਦਾ ਤੇ ਚੰਦਰਮਾ ਤਾਂ ਗਰਮ ਹੁੰਦਾ, ਪਰ ਸ਼ੀਤਲਤਾ ਨਾਲ ਮਹਾਰਾਜ ਨੇ ਕੰਪੇਅਰ ਕੀਤਾ। ਇਸੇ ਤਰ੍ਹਾਂ ਦਸਮ ਗ੍ਰੰਥ ਸਾਹਿਬ ਜੀ ਵਿੱਚ ਵੀ ਮਹਾਰਾਜ ਸਾਹਿਬ ਨੇ ਲਿਖਿਆ ਹੈਗਾ, ਉਹ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਕਿਉਂਕਿ ਇਹ ਵੀਡੀਓ ਲੰਬੀ ਹੋ ਗਈ ਹੈ। ਹਾਂ, ਆਪਾਂ ਹੁਣ ਗੱਲ ਕਰੀਏ ਕਿ ਸਾਧ ਸੱਜਣ ਕੌਣ ਨੇ। ਸਾਧ ਸੱਜਣ जो इस तरह नहीं कि चोले पाले या फिर जिसने अपना दिखावा कर लिया, पेख दिखाया जगत को, वो नहीं। महाराज साहब ने साध सज्जन की भी किस्म दसी है जो होनी चाहिए है। पूरन जो महाराज साहब ने लिखा, मंत्रंग राम राम नामंग ध्यानंग सर्वत्र पूर्ण ज्ञानंग सम दुख सुखंग जुगत निर्मल निर्वैरन है दयालंग सर्वत्र जिया पंच दोग विवर्जित है भोजनंग गोपाल कीर्तनंग अल्प माया जल कमल रहते उपदेशंग सम मित्र शत्र भगवंत भगत पावनी पर निंदा नह श्रोत श्रवणंग आप त्याग ਸਰਬ ਰੇਣ ਕਹਿ ਖੱਟ ਲਖਣ ਪੂਰਨੰ ਪੁਰਖ ਹੈ ਨਾਨਕ ਨਾਮ ਸਾਧ ਸਵੱਜਨ ਹੈ। ਇਸ ਪ੍ਰਕਾਰ ਦੇ ਗੁਣ ਹੋਣੇ ਚਾਹੀਦੇ ਨੇ ਇੱਕ ਸਾਧ ਸਵੱਜਨ ਵਿੱਚ, ਤਾਂ ਤੁਸੀਂ ਉਹ ਮਹਿਸੂਸ ਕਰ ਸਕਦੇ ਹੋ ਜਿਹੜੀ ਪੰਕਤੀ ਹੈ ਕਿ ਬਈ ਇੰਨੀ ਸ਼ੀਤਲਤਾ ਜਿੰਨੀ ਤਾਂ ਸਰਦੀ ਦੀ ਰੁੱਤ ਵਿੱਚ ਵੀ ਨਹੀਂ ਹੈਗੀ ਆ। तो इस वीडियो में दा सिट्टा यह सीगा कि जो साइंस ने गप मारी है कि सूरज की लाइट चंद्रमा रिफ्लैक्ट करता है, इस तरह नहीं हैगा। और पिछली वीडियोज़ में आप गल कर चुके हैं कि जो सूरज हैगा वो धरती के उपर घूमता है। अज भी मैं तुम्हें पंक्ति दसी 12 माह विचों, पिछली बार मैं तुम्हें गुरदास जी की वारा विचों दसी सी, उस तो अलावा श्री गुरु ग्रंथ साहिब जी विच आसा की वार विचों दसी सी। अजे आप दसम ग्रंथ साहिब जी की पंक्तियां नहीं डिस्कस कीतियां ने, हो सकता है आने वाले टाइम में करांगे। तो ये वीडियो देखने तो बाद तुहाडे माइंड में कोई सवाल उठे तो जरूर तुसीं कमेंट करके पूछ सकते हो। वी विल ट्राई टू डिस्कस दैट। और मैं ये नहीं कहता कि भी मैंने सारा कुछ पता है। द ओनली थिंग इज कि जो तुहानूं पढ़ाया गया स्कूल में, जो सानूं भी पढ़ाया गया स्कूल में, उहदे विच बहुत सारे फ्रॉड सीगे, मैडिकल लाइन में भी बहुत सारे फ्रॉड सीगे, और जिन्होंने अनकवर करना बहुत ज़रूरी है क्योंकि असीं सच दे मालक ते हाँ, तो सच लभना ही साडा फर्ज हैगा। ज़रूरी नहीं जो चीज़ पढ़ाई गई वही सच होगी। तो जो भी दर्शक देख रहे हैं इस वीडियो को ओपन माइंड रखो, समझने की कोशिश करो। अगर फिजूल की कमेंटबाजी करोगे, फालतू की गल्लां लिखोगे तो ना तुहानूं कोई लाभ ना सानूं कोई लाभ। तो सीखण वाला एटीट्यूड रखिए। वाहिगुरू जी का खालसा, वाहिगुरू जी की फतेह। और अगली वीडियो में की टॉपिक तुसीं जानना चाहते हो या तुहाडा कोई क्वेश्चन है तो वो भी लिख सकते हो।